हाँ बेटे ਆਪਾਂ ਕੀਤੇ ਸੀਗੇ ਇੰਟਰ ਹੈਲੋਜਨ ਕੰਪਾਊਂਡਸ ਤਾਂ ਹੁਣ ਆਪਾਂ ਕਰਨੇ ਉਹ ਨਿਊਟਰਲ ਕੀਤੇ ਸੀਗੇ। ਹੁਣ ਆਪਾਂ ਕਰਨੇ ਇੰਟਰ ਹੈਲੋਜਨ ਆਇਨਸ। ਆਇਨਸ ਆਪਾਂ ਸਭ ਤੋਂ ਫਸਟ ਹੈਗੇ ਆ ਟਰਾਈ ਐਟੋਮਿਕ XX-2 ਨੈਗੇਟਿਵ ਆਇਨਸ। ਤਾਂ ਜਿਹੜੇ XX2- ਨੈਗੇਟਿਵ ਆਇਨਸ ਹੈਗੇ ਆ ਇਹਨਾਂ ਦੀ ਹਾਈਬ੍ਰਿਡੇਸ਼ਨ ਹੁੰਦੀ ਹੈ sp3 ਡੀਹਾਈਬ੍ਰਿਡੇਸ਼ਨ ਹੁੰਦੀ ਹੈ। ਤਾਂ ਇਹਨਾਂ ਦੀ ਜਿਹੜੀ ਹੈਗੀ ਹੈ sp3d ਮਤਲਬ ਇੱਕ s ਔਰਬਿਟਲ ਹੋ ਗਿਆ, 3 p ਹੋ ਗਏ, ਇੱਕ d, 5 ਔਰਬਿਟਲਸ ਹੋ ਗਏ। ਤਾਂ ਇਸ ਕਰਕੇ 5 ਦੀ ਕਿਹੜੀ ਜਿਓਮੈਟਰੀ ਹੋਊਗੀ? ਟਰਾਈਗੋਨਲ ਬਾਈਪਿਰਾਮਿਡਲ ਜਿਓਮੈਟਰੀ ਹੋਊਗੀ। ਤਾਂ ਜਿਹੜੀਆਂ 5 ਪੋਜੀਸ਼ਨਸ ਜਿਹੜੀਆਂ ਹੈਗੀਆਂ ਉਹਨਾਂ ਵਿੱਚੋਂ 3 ਪੋਜੀਸ਼ਨਸ 'ਤੇ ਕੀ ਮਤਲਬ ਐਟਮਸ ਤਾਂ 2 ਹੀ ਅਟੈਚ ਹੈ ਨਾ, XX-2 ਐਟਮਸ ਅਟੈਚਡ ਹੈ। ਤਾਂ ਬਾਕੀ 3 ਪੋਜੀਸ਼ਨਸ 'ਤੇ ਕੋਈ ਹੈਗੇ ਆ ਲੋਨ ਪੇਅਰਸ ਹੈਗੇ ਆ। ਤਾਂ ਇਹਨਾਂ ਦੀ ਸਟਰਕਚਰ ਕਿੱਦਾਂ ਦੀ ਹੋਊਗੀ? ਦੋ ਐਟਮਸ ਹੀ ਅਟੈਚ ਹੈ, ਇਸ ਕਰਕੇ ਲੀਨੀਅਰ ਸਟਰਕਚਰ ਹੋਊਗੀ। ਠੀਕ ਹੈ। ਜਿਓਮੈਟਰੀ ਹੋਊਗੀ ਆਪਣੇ ਕੋਲ ਇਹਦੀ ਟਰਾਈਗੋਨਲ ਬਾਈਪਿਰਾਮਿਡਲ, ਹਾਈਬ੍ਰਿਡੇਸ਼ਨ ਹੋਊਗੀ sp3d। ਤਾਂ ਇਹਦੀ ਸਟਰਕਚਰ ਹੋਊਗੀ ਲੀਨੀਅਰ। ਤਾਂ ਕਿੱਦਾਂ ਹੋਣਗੇ ਆਪਣੇ ਕੋਲ ਇਹ? ਤੁਸੀਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇਖੋ। ICl2 ਨੈਗੇਟਿਵ ਦੀ ਐਗਜ਼ਾਮਪਲ ਹੈਗੀ ਆ ਆਪਣੇ ਕੋਲ। I ਦੀ ਮਤਲਬ 5s2 5p5 ਇਹ ਗਰਾਊਂਡ ਸਟੇਟ 'ਚ ਇਲੈਕਟ੍ਰੋਨਿਕ ਕਨਫੀਗਰੇਸ਼ਨ ਹੈਗੀ ਹੈ। ਤਾਂ ਜਦੋਂ 2 ਕਲੋਰੀਨ ਆ ਕੇ ਅਟੈਚ ਹੋਣੇ ਹੈ ਤਾਂ ਕਲੋਰੀਨ ਜਿਹੜੀ ਹੈਗੀ ਹੈ ਇਹ ਆਪਣੇ ਕੋਲ ਇਹਦਾ ਇੱਕ ਇਲੈਕਟ੍ਰੋਨ D ਦੇ ਵਿੱਚ ਕਨਵਰਟ ਹੋ ਜਾਊਗਾ। ਠੀਕ ਹੈ। ਆਇਓਡੀਨ ਦਾ ਪ੍ਰਮੋਟ ਨਹੀਂ ਹੋਊਗਾ। ਇਹਦੇ ਵਿੱਚ ਕੀ ਹੈਗਾ? ਕਲੋਰੀਨ ਦਾ ਇੱਕ ਇਲੈਕਟ੍ਰੋਨ ਇਹਦੇ ਨਾਲ ਸ਼ੇਅਰਿੰਗ ਕਰਦੇ ਆ, ਕੋਵੈਲੈਂਟ ਬੌਂਡ ਬਣਾ ਰਹੇ ਆ। ਤਾਂ ਦੇਖੋ ਇੱਥੇ ਆਪਣੇ ਕੋਲ ਕਲੋਰੀਨ ਦਾ ਇੱਕ ਇਲੈਕਟ੍ਰੋਨ ਜਿਹੜਾ ਹੈਗਾ ਉਹ ਕੋਵੈਲੈਂਟ ਬੌਂਡ ਬਣਾ ਰਿਹਾ ਇੱਕ ਇਲੈਕਟ੍ਰੋਨ ਦੇ ਨਾਲ, ਆਇਓਡੀਨ ਦੀ ਇੱਕ ਇਲੈਕਟ੍ਰੋਨ ਦੇ ਨਾਲ। ਅਤੇ ਦੂਸਰਾ ਜਿਹੜਾ ਕਲੋਰੀਨ ਹੈਗਾ ਉਹ ਆਪਣਾ ਇੱਕ ਪੇਅਰ ਸ਼ੇਅਰ ਕਰਦੇ ਆ, ਕੋਆਰਡੀਨੇਟ ਬੌਂਡ ਬਣਾ ਰਹੇ ਆ। ਤਾਂ 2 ਬੌਂਡ ਹੋ ਗਏ ਆਇਓਡੀਨ ਦੇ ਨਾਲ ਕਲੋਰੀਨ ਦੇ। ਇੱਕ ਤਾਂ ਆਪਣੇ ਕੋਲ ਕਿਹੜਾ ਹੈਗਾ CI ਸੈਂਟਰ ਦੇ ਵਿੱਚ, ਇੱਕ ਕੋਵੈਲੈਂਟ ਬੌਂਡ ਹੋ ਗਿਆ, ਇਹ ਵਾਲਾ ਕੋਵੈਲੈਂਟ ਬੌਂਡ ਹੋ ਗਿਆ। ਠੀਕ ਹੈ। ਅਤੇ ਦੂਜਾ ਜਿਹੜਾ ਬੌਂਡ ਹੈਗਾ ਕੋਆਰਡੀਨੇਟ ਬੌਂਡ ਮਤਲਬ ਦੂਜਾ ਕਲੋਰੀਨ ਜਿਹੜਾ ਹੈਗਾ ਉਹ ਕਿਹੜਾ ਬਣਾ ਰਿਹਾ ਹੈਗਾ? ਇਹ ਵਾਲਾ ਬੌਂਡ ਬਣਾ ਰਿਹਾ, ਕੋਆਰਡੀਨੇਟ ਬੌਂਡ ਬਣਾ ਰਿਹਾ ਕਲੋਰੀਨ ਦੇ ਨਾਲ। ਤਾਂ ਹਾਈਬ੍ਰਿਡੇਸ਼ਨ ਇੱਥੇ ਗਲਤ ਲਿਖੀ ਹੋਈ ਹੈ, ਇਹ sp3d ਆਊਗੀ ਕਿਉਂਕਿ ਇੱਕ s ਹੈ, 3 p ਔਰਬਿਟਲ ਹੈ, ਇੱਕ d ਔਰਬਿਟਲ ਹੈ। ਤਾਂ ਹਾਈਬ੍ਰਿਡੇਸ਼ਨ ਆਪਣੇ ਕੋਲ ਆਊਗੀ sp3d ਹਾਈਬ੍ਰਿਡੇਸ਼ਨ ਆਊਗੀ। ਠੀਕ ਹੈ। ਤਾਂ ਇਹ ਆਪਣੇ ਕੋਲ ਆ ਗਈ ਸਟਰਕਚਰ। ਦੇਖੋ I 2 Cl ਇੱਕ ਉੱਪਰ ਇੱਕ ਨੀਚੇ, ਲੀਨੀਅਰ ਸਟਰਕਚਰ ਹੋ ਗਈ। ਅਤੇ ਟਰਾਈਗੋਨਲ ਜਿਓਮੈਟਰੀ, ਟਰਾਈਗੋਨਲ ਬਾਈਪਿਰਾਮਿਡਲ, 3 ਲੋਨ ਪੇਅਰ ਹੋ ਗਏ। ਆਹ ਵਾਲੇ 3 ਲੋਨ ਪੇਅਰ ਹੈ, 1 2 3, 3 ਲੋਨ ਪੇਅਰ ਹੋ ਗਏ। ਅਤੇ 2 ਜਿਹੜੇ ਹੈਗੇ ਆਪਣੇ ਕੋਲ ਕੀ ਹੋ ਗਏ? 2 ਆਪਣੇ ਕੋਲ ਇੱਕ ਕੋਵੈਲੈਂਟ ਬੌਂਡ ਹੈ, ਇੱਕ ਕੋਆਰਡੀਨੇਟ ਬੌਂਡ ਹੈ। ਠੀਕ ਹੈ। ਤਾਂ ਇਹ ਆਪਣੇ ਕੋਲ ਇੱਕ ਕੋਵੈਲੈਂਟ ਬੌਂਡ ਬਣ ਗਿਆ, ਇੱਕ ਕੋਆਰਡੀਨੇਟ ਬੌਂਡ ਬਣ ਗਿਆ, sp3d ਹਾਈਬ੍ਰਿਡੇਸ਼ਨ ਆ ਗਈ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ XX- ਨੈਗੇਟਿਵ, XX4 ਨੈਗੇਟਿਵ। ਇਹਦੇ ਵਿੱਚ ਕਿਹੜੀ ਹਾਈਬ੍ਰਿਡੇਸ਼ਨ ਹੈਗੀ ਹੈ? sp3d2। sp3d2 ਮਤਲਬ 6 ਔਰਬਿਟਲ ਹੋ ਗਏ ਨਾ, ਇੱਕ s, 3 p, 4 ਹੋ ਗਏ, 2 d, 6 ਦੀ ਕਿਹੜੀ ਜਿਓਮੈਟਰੀ ਹੁੰਦੀ ਹੈ? ਓਕਟਾਹੈਡਰਲ ਜਿਓਮੈਟਰੀ ਹੁੰਦੀ ਹੈ। ਤਾਂ ਇਹਦੇ ਵਿੱਚ ਆਪਣੇ ਕੋਲ ਹੁਣ 4 ਪੋਜੀਸ਼ਨਸ 'ਤੇ ਤਾਂ x- ਐਟਮ ਆ ਜਾਣਗੇ, ਬਾਕੀ 2 ਪੋਜੀਸ਼ਨਸ 'ਤੇ ਕੀ ਆਉਣਗੇ? ਲੋਨ ਪੇਅਰ। ਤਾਂ ਲੋਨ ਪੇਅਰ ਜਿਹੜੇ ਹੈਗੇ ਹੈ ਉਹ ਕਿੱਦਾਂ ਪਈ ਹੈਗੀ ਹੈ? ਇੱਕ ਪਲੇਨ ਦੇ ਉੱਪਰ, ਇੱਕ ਪਲੇਨ ਦੇ ਨੀਚੇ। ਤਾਂ ਸਕੇਅਰ ਇਹਦੀ ਜਿਹੜੀ ਸਟਰਕਚਰ ਹੈਗੀ ਹੈ ਉਹਨੂੰ ਆਪਾਂ ਕਹਾਂਗੇ, ਕਿਉਂਕਿ 4 ਹੀ ਪੋਜੀਸ਼ਨਸ ਆਕੂਪਾਈਡ ਹੈ ਨਾ ਕਲੋਰੀਨ ਨਾਲ। ਤਾਂ ਇਹਦੀ ਸਟਰਕਚਰ ਹੈਗੀ ਹੈ ਆਪਣੇ ਕੋਲ ICl4 ਨੈਗੇਟਿਵ। ਠੀਕ ਹੈ। ਇੱਕ ਇਲੈਕਟ੍ਰੋਨ ਪੇਅਰ ਉੱਪਰ ਪਿਆ ਪਲੇਨ ਦੇ ਇੱਕ। ਤਾਂ ਇਹ ਕਿਉਂਕਿ ਇਹ 4 ਪੋਜੀਸ਼ਨਸ ਕਲੋਰੀਨ ਨਾਲ ਆਕੂਪਾਈਡ ਹੈ, ਇਸ ਕਰਕੇ ਸਕੇਅਰ ਪਲੇਨਰ ਸਟਰਕਚਰ ਹੈ। ਠੀਕ ਹੈ। ਜਿਓਮੈਟਰੀ ਓਕਟਾਹੈਡਰਲ ਹੈ, ਸਟਰਕਚਰ ਇਹਦੀ ਸਕੇਅਰ ਪਲੇਨਰ ਹੈਗੀ ਹੈ, ICl4 ਨੈਗੇਟਿਵ। ਸਮਝ ਆਈ? ਤਾਂ ਇਹਦੀ ਵੇਖੋ
ਗਰਾਊਂਡ ਸਟੇਟ ਆਇਓਡੀਨ ਦੀ ਹੋ ਗਈ 5s2 5p5। ਤਾਂ ਐਕਸਾਈਟਿਡ ਸਟੇਟ ਦੇ ਵਿੱਚ ਕੀ ਹੋ ਜਾਊਗਾ, ਕਿਉਂਕਿ ਆਪਣੇ ਕੋਲ ਕਿੰਨੇ ਕਲੋਰੀਨ ਹੈਗੇ ਆ, 4 ਕਲੋਰੀਨ ਅਟੈਚ ਕਰਨੇ ਆ, ਤਾਂ ਆਪਣੇ ਕੋਲ ਕੀ ਹੈਗੇ ਆ, ਇਹਦੇ ਆਪਣੇ 2 ਇਲੈਕਟ੍ਰੋਨ ਜਿਹੜੇ ਆ, 1 ਇਲੈਕਟ੍ਰੋਨ ਪ੍ਰਮੋਟ ਹੋ ਗਿਆ, ਨੈਕਸਟ ਡੀ ਦੇ ਵਿੱਚ ਚਲਾ ਗਿਆ। ਤਾਂ ਇਹ ਆਪਣੇ ਕੋਲ ਕੀ ਹੋ ਗਿਆ, sp3 ਇੱਕ ਕਲੋਰੀਨ 4 ਹੈ, 2 ਕਲੋਰੀਨ ਆਪਣੇ ਕੋਲ ਕੀ ਕਰਦੇ ਹੈਗੇ ਆ, ਕੋਵੈਲੈਂਟ ਬੌਂਡ ਬਣਾ ਰਹੇ ਆ, 2 ਕਲੋਰੀਨ ਕੋਵੈਲੈਂਟ ਬੌਂਡ ਬਣਾ ਰਹੇ ਆ, ਅਤੇ 2 ਕਲੋਰੀਨ ਜਿਹੜੇ 3 ਕਲੋਰੀਨ ਆਪਣੇ ਕੋਲ ਕੀ ਕਰ ਰਹੇ ਹੈਗੇ ਆ, 3 ਕਲੋਰੀਨ ਕੋਵੈਲੈਂਟ ਬੌਂਡ ਬਣਾ ਰਹੇ ਆ, ਸ਼ੇਅਰਿੰਗ ਕਰ ਰਹੇ ਆ, ਅਤੇ 1 ਕਲੋਰੀਨ ਕੀ ਕਰ ਰਿਹਾ ਹੈਗਾ, ਕੋਆਰਡੀਨੇਟ ਬੌਂਡ ਬਣਾ ਰਿਹਾ, ਕਿਉਂਕਿ ICl4 ਨੈਗੇਟਿਵ ਹੈ ਨਾ, ਤਾਂ ਨੈਗੇਟਿਵ ਮੀਨਸ ਪੂਰੇ ਦਾ ਪੂਰਾ ਇਲੈਕਟ੍ਰੋਨ ਪੇਅਰ ਕੋਆਰਡੀਨੇਟ ਬੌਂਡ ਬਣਾ ਰਿਹਾ। ਠੀਕ ਹੈ, ਹਾਈਬ੍ਰਿਡੇਸ਼ਨ 1s ਹੋ ਗਿਆ, 3p ਹੋ ਗਏ, 2d ਹੋ ਗਏ, sp3d2 ਹਾਈਬ੍ਰਿਡੇਸ਼ਨ ਹੋ ਗਈ। ਤਾਂ 3 ਕੋਵੈਲੈਂਟ ਬੌਂਡ ਹੋ ਗਏ, 3 ਕੋਵੈਲੈਂਟ ਬੌਂਡ ਹੋ ਗਏ ਕਲੋਰੀਨ ਦੇ ਨਾਲ, ਜਿਹਦੇ 'ਚ 1 ਕਲੋਰੀਨ ਦਾ ਐਟਮ, 1 ਆਇਓਡੀਨ ਦਾ ਐਟਮ ਹੈ, ਇਲੈਕਟ੍ਰੋਨ ਹੈ, ਅਤੇ ਬਾਕੀ ਜਿਹੜੇ ਹੈਗੇ ਆ 1 ਜਿਹੜਾ ਕੋਆਰਡੀਨੇਟ ਬੌਂਡ ਯੂਜ਼ਿੰਗ ਐਮਟੀ ਹਾਈਬ੍ਰਿਡ ਔਰਬਿਟਲ। ਤਾਂ ਇਹਦੀ ICl4 ਦੀ ਸਟਰਕਚਰ ਹੋ ਗਈ। ਜਮੈਟਰੀ ਹੋ ਗਈ sp3d2, ਹਾਈਬ੍ਰਿਡੇਸ਼ਨ ਹੋ ਗਈ sp3d2। ਜਮੈਟਰੀ ਜਿਹੜੀ ਹੋ ਗਈ ਆਪਣੇ ਕੋਲ ਇਹਦੀ ਜਮੈਟਰੀ ਓਕਟਾਹੈਡਰਲ ਹੋ ਗਈ। ਸਟਰਕਚਰ ਕਿਹੜੀ ਹੋ ਗਈ, ਸਕੇਅਰ ਪਲੇਨਰ ਸਟਰਕਚਰ ਹੋ ਗਈ। ਠੀਕ ਹੈ, ਤਾਂ ਇਹ ਨੈਕਸਟ ਆ ਗਿਆ ਆਪਣੇ ਕੋਲ, ਇਹ ਆਪਣੇ ਕੋਲ ਨੈਕਸਟ ਹੈਗਾ ਇੱਕ ਟੋਪਿਕ ਸੁਡੋ ਹੈਲੋਜਨਸ। ਸੁਡੋ ਹੈਲੋਜਨਸ ਕਿਹੜੇ ਹੈਗੇ ਆ, ਇਹ ਆਪਣੇ ਕੋਲ ਯੂਨੀ ਨੈਗੇਟਿਵ ਆਇਨਸ ਹੈਗੇ ਆ, ਜਿਹੜੇ 2 ਇਲੈਕਟ੍ਰੋਨੈਗੇਟਿਵ ਐਟਮਸ ਨੂੰ ਮਿਲ ਕੇ ਬਣੇ ਆ। ਇਹਨਾਂ ਦੀਆਂ ਪ੍ਰੋਪਰਟੀਜ਼ ਸਿਮਿਲਰ ਟੂ ਦੈਟ ਆਫ ਦੀ ਹੈਲਾਈਡ ਆਇਨਸ ਹੈਗੀਆਂ। ਠੀਕ ਹੈ, ਤਾਂ ਇਹਨਾਂ ਨੂੰ ਅਸੀਂ ਕਿਉਂਕਿ ਹੈਲਾਈਡਸ ਨਾਲ ਪ੍ਰੋਪਰਟੀਜ਼ ਹੈ, ਇਸ ਕਰਕੇ ਅਸੀਂ ਇਹਨਾਂ ਨੂੰ ਕੀ ਕਹਿੰਦੇ ਹੈਗੇ ਆ, ਸੁਡੋ ਹੈਲੋਜਨਸ। ਹੈਲੋਜਨਸ ਦੀ ਤਰ੍ਹਾਂ ਜਿਹੜੇ ਐਗਜ਼ਾਮਪਲਸ ਕਰ ਲਓ, ਸਾਈਨਾਈਡ CN ਨੈਗੇਟਿਵ, ਇਹਨੂੰ ਅਸੀਂ ਸੁਡੋ ਹੈਲੋਜਨ ਕਿਹੜਾ ਕਹਿੰਦੇ ਆ, ਸਾਈਐਨੋਜਨ। ਉਸ ਤੋਂ ਬਾਅਦ ਥਾਇਓਸਾਈਨੇਟ ਆ ਗਿਆ, SCN ਨੈਗੇਟਿਵ, ਥਾਇਓਸੈਨੋਜਨ। ਸਾਈਨੇਟ OCN ਨੈਗੇਟਿਵ, ਓਕਸੀ ਸਾਈਐਨੋਜਨ। ਇਹ ਸੁਡੋ ਹੈਲੋਜਨਸ ਆ ਗਏ। ਨੀਚੇ ਬੇਟੇ ਫਿਰ ਆ ਜਿਹੜੇ ਸੋਲਡ ਐਗਜ਼ਾਮਪਲਸ ਹੈਗੀਆਂ, ਇਹ ਤੁਸੀਂ ਸਾਰੀਆਂ ਸੋਲਵ ਕਰ ਲਿਓ, ਸਾਰੀਆਂ ਸੋਲਡ ਐਗਜ਼ਾਮਪਲਸ ਕਰਨੀਆਂ ਹੈਗੀਆਂ। ਪ੍ਰੈਕਟਿਸ ਪ੍ਰੋਬਲਮਸ ਹੈਗੇ ਆ, ਇਹ ਵੀ ਸਾਰੀ ਕਾਪੀ 'ਤੇ ਕਰਨੇ ਆ, ਸਮਝਣੇ ਆ। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲ ਆ ਗਏ ਗਰੁੱਪ 18 ਐਲੀਮੈਂਟਸ। ਤਾਂ ਗਰੁੱਪ 18 ਐਲੀਮੈਂਟਸ ਤੁਹਾਨੂੰ ਪਤਾ ਹੀ ਹੈ, ਗਰੁੱਪ 18 ਐਲੀਮੈਂਟਸ ਨੋਬਲ ਗੈਸਿਸ ਦੇ ਬਣੇ ਹੋਏ ਆ, ਜਿਨ੍ਹਾਂ ਦਾ ਆਊਟਰ ਸ਼ੈੱਲ ਕੰਪਲੀਟ ਹੈਗਾ। ਆਊਟਰ ਸ਼ੈੱਲ ਦੇ ਵਿੱਚ 8 ਇਲੈਕਟ੍ਰੋਨਸ ਹੈਗੇ ਆ। ਗਰੁੱਪ 18 ਦੇ ਮੈਂਬਰ ਕਿਹੜੇ ਕਿਹੜੇ ਹੈਗੇ ਆ, ਹੀਲੀਅਮ, ਨੀਓਨ, ਆਰਗਨ, ਕ੍ਰਿਪਟੋਨ, ਜ਼ੀਨੋਨ, ਰੇਡੋਨ। ਠੀਕ ਹੈ, ਇਹਨਾਂ ਨੂੰ ਅਸੀਂ ਇਨਰਟ ਗੈਸਿਸ ਵੀ ਕਹਿੰਦੇ ਹਾਂ। ਅਤੇ ਜਾਂ ਨੋਬਲ ਗੈਸਿਸ ਕਿਉਂ ਕਹਿੰਦੇ ਆ ਇਹਨਾਂ ਨੂੰ, ਵੈਰੀ ਇੰਪੋਰਟੈਂਟ ਕੁਐਸਚਨ ਹੈ। ਇਹਨਾਂ ਨੂੰ ਇਨਰਟ ਜਾਂ ਨੋਬਲ ਗੈਸ ਕਿਉਂ ਕਹਿੰਦੇ ਆ, ਬਿਕੋਜ਼ ਇਹਨਾਂ ਦੇ ਆਊਟਰ ਮੋਸਟ ਸ਼ੈਲ ਆਰ ਕੰਪਲੀਟ, they have 8 electrons in outermost shell, so they don't want to participate in reactions, don't want to give electrons or accept electrons, so these are not reactive gases, these are also called noble gases or inert gases. Next है अपने कोल ਜਿਹੜੀ ਰੇਡੋਨ ਹੈ ਉਹ ਰੇਡੀਓ ਐਕਟਿਵ ਹੈ। ਬਾਕੀ ਇਹ ਬਹੁਤ ਘੱਟ ਮਿਲਦੀ ਹੈ ਟਰੇਸਿਸ ਦੇ ਵਿੱਚ, ਬਾਕੀ ਸਾਰੀਆਂ ਬਹੁਤ ਘੱਟ 1% ਵੋਲੀਊਮ ਜਿਹੜਾ ਆਪਣੇ ਕੋਲ ਏਅਰ ਦੇ ਵਿੱਚ ਹੀ ਨੋਬਲ ਗੈਸਿਸ 1% ਵੋਲੀਊਮ ਬਣਾਉਂਦੀਆਂ। ਠੀਕ ਹੈ, ਹੀਲੀਅਮ ਜਿਹੜੀ ਹੈਗੀ ਇਹ ਨੈਚੁਰਲ ਗੈਸ ਦਾ ਪਾਰਟ ਹੁੰਦੀ ਹੈ, 2 to 7% ਹੀਲੀਅਮ ਨੇਚਰ ਦੇ ਵਿੱਚ ਨੈਚੁਰਲ ਗੈਸ ਦਾ ਪਾਰਟ ਹੁੰਦੀ ਹੈ। ਉਸ ਤੋਂ ਬਾਅਦ ਆਪਣੇ ਕੋਲ ਆਈਸੋਲੇਸ਼ਨ ਆਫ ਨੋਬਲ ਗੈਸਿਸ ਐਂਡ ਯੂਜ਼ਿਸ, ਬਾਕੀ ਆਲ ਨੋਨ ਰੇਡੀਓ ਐਕਟਿਵ ਨੋਬਲ ਗੈਸਿਸ ਜਿਹੜੀਆਂ ਵੀ ਰੇਡੀਓ ਐਕਟਿਵ ਨਹੀਂ ਹੈਗੀਆਂ
ਉਹ ਆਪਣੇ ਕੋਲ ਹੀਲੀਅਮ ਤੋਂ ਬਿਨਾਂ ਬਾਕੀ ਸਾਰੀਆਂ ਆਪਾਂ ਆਈਸੋਲੇਟ ਕਰ ਲਈਆਂ ਹੋਈਆਂ, ਮਤਲਬ ਅਲੱਗ ਕਰ ਲਈਆਂ ਹੋਈਆਂ। ਤਾਂ ਡਰਾਈ ਏਅਰ ਦੇ ਵਿੱਚ ਇਹਨਾਂ ਦੀ ਜਿਹੜੀ ਅਕਰੈਂਸ ਹੈਗੀ ਹੈ 1% ਹੈਗੀ ਹੈ, ਜਿਹਦੇ ਵਿੱਚੋਂ ਸਭ ਤੋਂ ਜ਼ਿਆਦਾ ਕਿਹੜੀ ਹੁੰਦੀ ਹੈ, ਆਰਗਨ। ਠੀਕ ਹੈ, ਤਾਂ ਅਸੀਂ ਇਹ ਗੈਸਿਸ ਜਿਹੜੀਆਂ ਅਲੱਗ-ਅਲੱਗ ਕਿਵੇਂ ਕਰਦੇ ਹੈਗੇ ਆ, ਅਸੀਂ ਇਹਨੂੰ ਕਰਦੇ ਹਾਂ ਕਿਉਂਕਿ ਇਹਨਾਂ ਦੇ ਬੋਇਲਿੰਗ ਪੁਆਇੰਟ ਦੇ ਵਿੱਚ ਡਿਫਰੈਂਸ ਹੈਗੇ ਆ, ਇਸ ਕਰਕੇ ਅਸੀਂ ਇਹਨਾਂ ਨੂੰ ਕਿਹੜੇ ਮੈਥਡ ਅਪਣਾਉਂਦੇ ਹਾਂ ਇਹਨਾਂ ਨੂੰ ਅਲੱਗ-ਅਲੱਗ ਕਰਨ ਵਾਸਤੇ, ਗੈਸਿਸ ਨੂੰ ਫਰੈਕਸ਼ਨਲ ਡਿਸਟੀਲੇਸ਼ਨ ਕਰਦੇ ਹਾਂ ਆਪਾਂ। ਕੀ ਕਰਦੇ ਹਾਂ, ਫਰੈਕਸ਼ਨਲ ਡਿਸਟੀਲੇਸ਼ਨ ਕਰਦੇ ਹਾਂ। ਠੀਕ ਹੈ, ਕਿਉਂਕਿ ਇਹਨਾਂ ਦੇ ਡਿਫਰੈਂਸ ਹੈਗੇ, ਇਸ ਕਰਕੇ ਅਸੀਂ ਇਹਨਾਂ ਨੂੰ ਇੱਕ ਦੂਜੇ ਤੋਂ ਅਲੱਗ ਕਰ ਸਕਦੇ ਹਾਂ। ਠੀਕ ਹੈ, ਬਾਈ ਫਰੈਕਸ਼ਨਲ, these are separated by fractional distillation। ठीक है, नैक्सट आ गया अपने कोल जनरल प्रॉपर्टीज़ करैक्टरिस्टिक्स आ गए ग्रुप 18 एलीमेंट्स के। सब तो पहला आ गया अपने कोल इलैक्ट्रॉनिक कन्फिगरेशन। इन्हों की इलैक्ट्रॉनिक कन्फिगरेशन मैं तुम्हें दस ही चुकी हाँ, NS2 NP6 सिर्फ हीलीअम नूं छड्ड के। हीलीअम के कोल 2 ही इलैक्ट्रॉन है, तो हीलीअम की कन्फिगरेशन की हैगी है 1s2। ठीक है, हीलीअम की कन्फिगरेशन 1s2 है, बाकी सारिया की कन्फिगरेशन की हैगी है NS2 NP6। तो नोबल गैसिस जड़ियाँ हैगियाँ नाइदर हैव टेंडेंसी टू एक्सैप्ट इलैक्ट्रॉन और लॉज इलैक्ट्रॉन, देयरफॉर डोंट एंटर इनटू कैमिकल रिएक्शंस। देयरफॉर इन्हों की करने आपां दैट देयर इनर्ट नेचर ऑफ द गैसिस इज ड्यू टू देयर स्टेबल इलैक्ट्रॉनिक कन्फिगरेशन। वेरी इंपॉर्टेंट क्वेश्चन है, वाई दे आर इनर्ट इन नेचर ड्यू टू स्टेबल इलैक्ट्रॉनिक कन्फिगरेशन। ड्यू टू इलैक्ट्रॉनिक कन्फिगरेशन NS2 NP6 दे डोंट वांट टू पार्टिसिपेट इन कैमिकल रिएक्शंस। नैक्सट आ गया अपने कोल एटॉमिक एंड फिजिकल प्रॉपर्टीज़। सब तो फर्स्ट है एग्जिस्टेंस, कितना एग्जिस्ट करती हैं ये मोन, बस बाकी दी गैसिस कितना एग्जिस्ट करती हैं, डाईएटॉमिक H2Cl2O2, बट ये कितना एग्जिस्ट करती हैं, मोनोएटॉमिक। ये मतलब डाई एटम्स के फॉर्म च एग्जिस्ट नहीं करती, कलरलैस है। ठीक है, ऑर्डरलैस है। तो इन्हों की मोनोएटॉमिक स्टेट क्यों होंगी है, ड्यू टू स्टेबल इलैक्ट्रॉनिक कन्फिगरेशन। ठीक है, NS2 NP6 करके ये मोनोएटॉमिक फॉर्म के एग्जिस्ट करती हैं। बट इन्हों की इलैक्ट्रॉनिक कन्फिगरेशन तुसीं सारिਆਂ ਦੀ कॉपीज़ ते लिख के मैनू दिखानी है। हुणे लैक्चर तो बाद लैक्चर देख के तुसीं सारिਆਂ ने मैनू, बेटे तुसीं कोई काम नहीं चैक करांदे बच्चे, चलो तुसीं मैनू काम तां कॉपी ते करके, कुछ फोटो जिन्नी कैपेसिटी नहीं हुंदी तुहाडे कोल कि मैनू 2 फोटोआं भेज दो। जिहड़ा भी मैं काम दिंदी हाँ करानी हाँ वो जोड़े मेन 5-7 इंपोर्टेंट क्वेश्चन मैं नाल बोलती हाँ, तो वह तो तुसीं घट्टो घट्ट मैनू करके कॉपी ते विखाओ तो मैनू लगे तुसीं पढ़ रहे हो, फोटो तो भेज ही सकते हो। ठीक है, तो ये हीलीअम के 2 है, 1s2, नियोन 1s2 2s2 2p6। ठीक है, तो आर्गन की कन्फिगरेशन आ जाएगी 18 इलैक्ट्रॉनिक का एटॉमिक नंबर है 1s2 2s2 2p6 3s2 3p6। ये तुसीं सारे रेडोन तक सारे एलीमेंट्स की एटॉमिक नंबर लर्न करने हैं, तो इन्हों की इलैक्ट्रॉनिक कन्फिगरेशन मैनू लिख के विखानी है। पहला भी मैं 2-3 ICl2 नैगेटिव दी, ICl4 नैगेटिव दी स्ट्रक्चर्स मैनू हाइब्रिडेशन सारा कुछ लिख के विखाना कॉपी ते। ठीक है, तो वाई नोबल गैसिस आर इनर्ट इन नेचर ये भी लिखना है, वाई दी एग्जिस्ट एज मोनोएटॉमिक, ये सारे क्वेश्चन तुसीं मैनू लिख के विखाने कॉपी ते। तो इन्हों की इलैक्ट्रॉनिक कन्फिगरेशन भी लिख के विखानी है। एटॉमिक रेडियाई, तो इन्हों की एटॉमिक रेडियाई की होंगी है, वंडरवाल रेडियाई। जिवें जिवें नीचे जाते हैं तो इन्हों की एटॉमिक रेडियाई की होंगी है, इनक्रीज़ करती है। ठीक है, तो नैक्सट आ गया अपने कोल जिवें हीलीअम का 120 है, नियोन का 160, क्योंकि शैल ऐड होंदे जाते हैं जिवें जिवें नीचे जाते हैं, तो उवें उवें एटॉमिक रेडियाई भी की होंदे है, इनक्रीज़ होंदे है। आयनाइजेशन एंथैल्पी, आयनाइजेशन एंथैल्पी मतलब एनर्जी रिक्वायर्ड टू रिमूव आउटर मोस्ट इलैक्ट्रॉन।
ਇਹਨਾਂ ਦੀਆਂ ਆਇਨਾਈਜੇਸ਼ਨ ਐਂਥੈਲਪੀਜ਼ ਬਹੁਤ ਜ਼ਿਆਦਾ। ਇਹ ਵੀ ਕੁਐਸਚਨ ਹੈ, ਨੋਟ ਕਰ ਲਓ। ਵਾਈ ਆਇਨਾਈਜੇਸ਼ਨ ਆਫ ਨੋਬਲ ਗੈਸਿਸ ਆਰ ਵੈਰੀ ਹਾਈ, ਤਾਂ ਦਿਸ ਇਜ਼ ਐਟਰੀਬਿਊਟਡ ਟੂ ਸਟੇਬਲ ਕੰਪਲੀਟਲੀ ਫਿਲਡ ਕੌਨਫੀਗਰੇਸ਼ਨ ਆਫ ਨੋਬਲ ਗੈਸਿਸ। ਤਾਂ ਜਿਵੇਂ ਜਿਵੇਂ ਅਸੀਂ ਹਾਈਵਰ ਦੀ ਜਿਵੇਂ ਜਿਵੇਂ ਨੀਚੇ ਜਾਂਦੇ ਹਾਂ ਐਟੋਮਿਕ ਨੰਬਰ ਇਨਕਰੀਜ਼ ਹੁੰਦਾ, ਉਵੇਂ ਉਵੇਂ ਆਇਨਾਈਜੇਸ਼ਨ ਐਂਥੈਲਪੀ ਡਿਕਰੀਜ਼ ਹੁੰਦੀ ਹੈ। ਫਰੋਮ ਹੀਲੀਅਮ ਟੂ ਰੇਡੋਨ ਡਿਊ ਟੂ ਇਨਕਰੀਜ਼ਿੰਗ ਐਟੋਮਿਕ ਸਾਈਜ਼। ਜਿਵੇਂ ਜਿਵੇਂ ਨੀਚੇ ਜਾਵਾਂਗੇ ਨਾ ਉਵੇਂ ਉਵੇਂ ਆਇਨਾਈਜੇਸ਼ਨ ਐਂਥੈਲਪੀ ਹੀਲੀਅਮ ਦੀ ਦੇਖੋ ਕਿੰਨੀ ਹੈਗੀ ਹੈ 2372, ਨਿਊਨ ਦੀ ਕਿੰਨੀ ਹੈਗੀ ਹੈ 2080, ਆਰਗਨ ਦੀ ਹੋਰ ਡਿਕਰੀਜ਼ ਹੋ ਗਈ, ਨੈਕਸਟ ਕ੍ਰਿਪਟੋਨ ਦੀ ਹੋਰ, ਜ਼ੀਨੋਨ ਦੀ ਹੋਰ, ਰੇਡੋਨ ਦੀ ਹੋਰ ਡਿਕਰੀਜ਼ ਹੋ ਗਈ। ਕਿਉਂਕਿ ਜਿਵੇਂ ਜਿਵੇਂ ਨੀਚੇ ਜਾਂਦੇ ਹਾਂ ਉਵੇਂ ਉਵੇਂ ਐਟਮ ਦਾ ਸਾਈਜ਼ ਵੱਡਾ ਹੁੰਦਾ ਜਾਂਦਾ, ਤਾਂ ਘੱਟ ਐਨਰਜੀ ਚਾਹੀਦੀ ਹੈ ਇਲੈਕਟ੍ਰੋਨ ਰਿਮੂਵ ਕਰਨ ਨੂੰ, ਇਸ ਕਰਕੇ ਆਇਨਾਈਜੇਸ਼ਨ ਐਂਥੈਲਪੀ ਡਿਕਰੀਜ਼ ਜਿਵੇਂ ਜਿਵੇਂ ਨੀਚੇ ਜਾਂਦੀ ਹੈ ਡਿਕਰੀਜ਼ ਹੁੰਦੀ ਜਾਂਦੀ ਹੈ। ਨੈਕਸਟ ਆ ਗਿਆ ਇਲੈਕਟ੍ਰੋਨ ਗੇਨ ਐਂਥੈਲਪੀ। ਤਾਂ ਮਤਲਬ ਇਲੈਕਟ੍ਰੋਨ ਲੈਣ 'ਤੇ ਜਿਹੜੀ ਐਨਰਜੀ ਰਿਲੀਜ਼ ਹੋਈ ਉਹ ਕਿੰਨੀ ਰਿਲੀਜ਼ ਹੁੰਦੀ ਹੈ। ਤਾਂ ਇਹ ਇਹਨਾਂ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਸਟੇਬਲ ਹੈਗੀ ਹੈ, ਸਟੇਬਲ NS2 NP6 ਹੈਗੀ ਹੈ ਇਹਨਾਂ ਦੀ, ਸਟੇਬਲ NS2 NP6। ਇਲੈਕਟ੍ਰੋਨਿਕ ਕਨਫੀਗਰੇਸ਼ਨ, ਤਾਂ ਨੋਬਲ ਗੈਸਿਸ ਐਟਮਸ ਹੈਵ ਨੋ ਟੈਂਡੈਂਸੀ ਟੂ ਐਕਸੈਪਟ ਦੇਅਰ ਇਲੈਕਟ੍ਰੋਨ। ਇਹਨਾਂ ਦੀ ਕੋਈ ਟੈਂਡੈਂਸੀ ਨਹੀਂ ਹੁੰਦੀ ਐਕਸੈਪਟ ਇਲੈਕਟ੍ਰੋਨ ਕਰਨ ਦੀ। ਦੇਅਰਫੋਰ ਇਹਨਾਂ ਦੀ ਇਲੈਕਟ੍ਰੋਨ ਗੇਨ ਐਂਥੈਲਪੀਜ਼ ਆਰ 0 ਔਰ ਹੈਵ ਲਾਰਜ ਪੋਜ਼ੀਟਿਵ ਵੈਲਿਊ। ਵੈਸੇ ਤਾਂ ਐਨਰਜੀ ਰਿਲੀਜ਼ ਹੁੰਦੀ ਹੈ ਨਾ, ਨੈਗੇਟਿਵ ਵੈਲਿਊ ਹੁੰਦੀ ਹੈ ਇਲੈਕਟ੍ਰੋਨ ਗੇਨ ਐਂਥੈਲਪੀ ਦੀ, ਪਰ ਇਹਨਾਂ ਨੂੰ ਸਾਨੂੰ ਇਲੈਕਟ੍ਰੋਨ ਦੇਣ ਵਾਸਤੇ ਉਲਟਾ ਐਨਰਜੀ ਦੇਣੀ ਪਊਗੀ, ਤਾਂ ਇਸ ਕਰਕੇ ਲਾਰਜ ਪੋਜ਼ੀਟਿਵ ਵੈਲਿਊਜ਼ ਹੋਣਗੀਆਂ। ਜਾਂ 0 ਮਤਲਬ ਕੋਈ ਐਨਰਜੀ ਇਵੋਲਵ ਨਹੀਂ ਹੋਊਗੀ, ਬਾਹਰ ਨਹੀਂ ਨਿਕਲੂਗੀ, ਤਾਂ ਇਹਨਾਂ ਦੀ ਇਲੈਕਟ੍ਰੋਨ ਗੇਨ ਐਂਥੈਲਪੀਜ਼। ਇਹ ਵੀ ਕੁਐਸਚਨ ਹੈ, ਪਹਿਲਾਂ ਸੀਗਾ ਵਾਈ ਆਇਨਾਈਜੇਸ਼ਨ ਐਂਥੈਲਪੀਜ਼ ਆਰ ਵੈਰੀ ਹਾਈ because they have stable NS2 NP6 structure, so their ionization enthalpies are very high. We can't take electron, we can't give electron them electron, why electron gain enthalpies are high, because they have very large they have NS2 NP6 configuration. Melting and boiling points, ਤਾਂ ਇਹਨਾਂ ਦੇ ਮੈਲਟਿੰਗ ਅਤੇ ਬੋਇਲਿੰਗ ਪੁਆਇੰਟ ਜਿਹੜੇ ਹੈਗੇ ਹੈ ਉਹ ਕੀ ਹੈਗੇ ਆ, ਵੈਰੀ ਲੋ ਹੈ। Melting and boiling points of noble gases are very low in comparison to other substances of comparable atomic and molecular masses। ਤਾਂ ਇਹ ਕੀ ਹੈਗੀ ਹੈ, ਠੀਕ ਹੈ, ਦੈਟ ਇਹਨਾਂ ਦੇ ਵਿੱਚ ਕਿਉਂਕਿ ਇਹਨਾਂ ਦੇ ਵਿੱਚ ਵੀਕ ਵਨ ਡਰ ਵਾਲ ਫੋਰਸਿਸ ਹੁੰਦੀਆਂ। ਜਿਵੇਂ ਜਿਵੇਂ ਆਪਾਂ ਨੀਚੇ ਜਾਂਦੇ ਹਾਂ these van der Waals forces increase with the atomic size of the atom। ਜਿਵੇਂ ਜਿਵੇਂ ਨੀਚੇ ਜਾਂਦੇ ਹਾਂ ਤਾਂ ਉਵੇਂ ਉਵੇਂ van der Waals forces increase ਹੁੰਦੀਆਂ। ਤਾਂ therefore the boiling point and melting point increase from helium to radon। ਤਾਂ ਜਿਵੇਂ ਜਿਵੇਂ ਨੀਚੇ ਜਾਂਦੇ ਹਾਂ ਬੋਇਲਿੰਗ ਅਤੇ ਮੋਲਟਿੰਗ ਪੁਆਇੰਟ ਇਨਕਰੀਜ਼ ਕਰਦੇ ਹੈ। ਹੀਲੀਅਮ ਦਾ ਲੋਐਸਟ ਬੋਇਲਿੰਗ ਪੁਆਇੰਟ ਹੈ 4.2 ਕੈਲਵਿਨ, ਠੀਕ ਹੈ। ਤਾਂ ਹੀਲੀਅਮ ਜਿਹੜੀ ਹੈਗੀ ਹੈ ਲੋਐਸਟ ਬੋਇਲਿੰਗ ਪੁਆਇੰਟ ਦਾ 4.2 ਕੈਲਵਿਨ। ਤਾਂ ਇਹਦੀ ਇਸ ਅਨਯੂਜ਼ਲ ਪ੍ਰੋਪਰਟੀ ਕੀ ਹੈਗੀ ਹੈ, ਡਿਫਿਊਜ਼ਿੰਗ ਥਰੂ ਮੋਸਟ ਕਾਮਨਲੀ ਯੂਜ਼ਡ ਲੈਬੋਰਟਰੀ ਸਚ ਐਜ਼ ਰਬਰ, ਗਲਾਸ, ਪਲਾਸਟਿਕ। ਤਾਂ ਇਹਦੇ ਵਿੱਚ ਯੂਜ਼ ਹੁੰਦਾ ਇਹ, ਠੀਕ ਹੈ, ਕਿਉਂਕਿ ਇਹਦਾ ਮੈਲਟਿੰਗ ਪੁਆਇੰਟ ਬਹੁਤ ਲੋ ਹੈ। ਨੈਕਸਟ ਹੈਗਾ ਈਜ਼ ਆਫ ਲਿਕੁਈਫਿਕੇਸ਼ਨ। ਈਜ਼ ਆਫ ਲਿਕੁਈਫਿਕੇਸ਼ਨ ਮਤਲਬ ਇਹਨਾਂ ਨੂੰ ਲਿਕੁਇਡ ਕਿੰਨੀ ਈਜ਼ੀਲੀ ਬਣਾ ਸਕਦੇ ਹਾਂ। ਤਾਂ ਨੋਬਲ ਗੈਸਿਸ ਆਰ ਨੋਟ ਈਜ਼ੀਲੀ ਲਿਕੁਈਫਾਈਡ। ਵਾਈ? ਦਿਸ ਇਜ਼ ਡਿਊ ਟੂ ਦੀ ਫੈਕਟ ਦੈਟ ਦੇ ਆਰ ਦਾ ਓਨਲੀ ਵੀਕ van der Waals ਫੋਰਸਿਸ। ਜਿੰਨੀਆਂ ਫੋਰਸਿਸ ਜ਼ਿਆਦਾ ਹੋਣਗੀਆਂ ਨਾ ਉਨੇ ਐਟਮਸ ਇੱਕ ਦੂਜੇ ਦੇ ਨੇੜੇ ਆਉਣਗੇ, ਓਨਾ ਈਜ਼ੀਲੀ ਅਸੀਂ ਉਹਨਾਂ ਨੂੰ ਲਿਕੁਇਡ ਬਣਾ ਸਕਦੇ ਹਾਂ। ਬਟ ਇਹਨਾਂ ਦੇ ਵਿੱਚ ਵੀਕ van der Waals ਫੋਰਸਿਸ ਹੈਗੀਆਂ, ਤਾਂ ਇਸ ਕਰਕੇ ਇਹ ਦੂਰ ਦੂਰ ਹੈਗੇ ਹੈ। ਸੋ ਇਹ ਜਿਹੜੇ ਹੈਗੇ ਹੈ ਨੇੜੇ ਨੇੜੇ ਨਹੀਂ ਆਉਣਗੇ ਅਤੇ ਇਹਨਾਂ ਨੂੰ ਲਿਕੁਇਡ ਬਣਾਉਣਾ ਡਿਫੀਕਲਟ ਹੈ।
ਤਾਂ ਇਹਨਾਂ ਦੀਆਂ ਹੀਟ ਆਫ ਵੈਪਰਾਈਜੇਸ਼ਨ ਵੀ ਲੋ ਹੈ, ਮਤਲਬ ਜਲਦੀ ਵੇਪਰਸ ਬਣ ਜਾਂਦੇ ਆ। ਤਾਂ ਇਸ ਕਰਕੇ ਇਹ ਜਿਹੜੀ ਹੈਗਾ ਲਿਕੁਇਡ ਬਣਨਾ ਇਹਨਾਂ ਨੂੰ ਮੁਸ਼ਕਿਲ ਹੈ। ਡਿਊ ਟੂ ਇਨਕਰੀਜ਼ ਇਨ ਐਟੋਮਿਕ ਸਾਈਜ਼ ਐਂਡ ਦੇਅਰਫੋਰ ਇਨਕਰੀਜ਼ ਇਨ ਵੰਡਰ ਵਾਲ। ਜਿਵੇਂ ਜਿਵੇਂ ਨੀਚੇ ਜਾਂਦੇ ਆ ਤਾਂ ਉਵੇਂ ਉਵੇਂ ਐਟੋਮਿਕ ਸਾਈਜ਼ ਵੱਡਾ ਹੁੰਦਾ, ਵੰਡਰ ਵਾਲ ਫੋਰਸਿਸ ਵੱਧਦੀਆਂ, ਉੱਦਾਂ ਉੱਦਾਂ ਇਹਨਾਂ ਨੂੰ ਲਿਕੁਇਡ ਬਣਾਉਣ ਦੀ ਟੈਂਡੈਂਸੀ ਜਿਹੜੀ ਹੈਗੀ ਆ ਉਹ ਈਜ਼ੀਨੈਸ ਇਨਕਰੀਜ਼ ਹੁੰਦੀ ਹੈ। ਅਸੀਂ ਉਹਨਾਂ ਨੂੰ ਲਿਕੁਇਡ ਬਣਾ ਸਕਦੇ ਹਾਂ ਜਿਵੇਂ ਉੱਪਰੋਂ ਨੀਚੇ ਜਾਂਦੇ ਹਾਂ। ਠੀਕ ਹੈ, ਨੈਕਸਟ ਹੈਗਾ ਸੋਲੇਬਿਲਿਟੀ ਇਨ ਵਾਟਰ। ਨੋਬਲ ਗੈਸਿਸ ਆਰ ਸਲਾਈਟਲੀ ਸੋਲੇਬਲ ਇਨ ਵਾਟਰ। ਜਿਹੜੀ ਹੈਗੀ ਹੈ ਜਿਵੇਂ ਜਿਵੇਂ ਨੀਚੇ ਜਾਂਦੇ ਆ ਹੀਲੀਅਮ ਟੂ ਰੇਡੋਨ, ਉਵੇਂ ਇਹਨਾਂ ਦੀ ਕੀ ਹੈਗੀ ਹੈ ਹੀਲੀਅਮ ਟੂ ਰੇਡੋਨ ਜਾਂਦੇ ਆ ਤਾਂ ਇਹਨਾਂ ਦੀ ਸੋਲੇਬਿਲਿਟੀ ਇਨਕਰੀਜ਼ ਹੁੰਦੀ ਹੈ। ਤਾਂ ਇਹਨਾਂ ਦੀ ਵਾਟਰ ਦੇ ਵਿੱਚ ਜਿਹੜੀ ਸੋਲੇਬਿਲਿਟੀ ਕਿਉਂ ਹੁੰਦੀ ਹੈ? ਡਿਊ ਟੂ ਵੈਰੀ ਇੰਪੋਰਟੈਂਟ ਕੁਐਸਚਨ, ਵਾਈ ਦੇ ਆਰ ਸੋਲੇਬਲ ਇਨ ਵਾਟਰ? ਡਿਊ ਟੂ ਡਾਈਪੋਲ ਇੰਡਿਊਸਡ ਡਾਈਪੋਲ ਇੰਟਰੈਕਸ਼ਨਸ। ਡਿਊ ਟੂ ਡਾਈਪੋਲ ਇੰਡਿਊਸਡ ਡਾਈਪੋਲ ਇੰਟਰੈਕਸ਼ਨਸ। ਕੀ ਹੁੰਦਾ ਵਾਟਰ ਜਿਹੜਾ ਹੈਗਾ, ਦੇਖੋ ਇਹ ਪੋਲਰ ਹੈ। ਵਾਟਰ 'ਤੇ H ਪੋਜ਼ੀਟਿਵ, H 'ਤੇ ਪੋਜ਼ੀਟਿਵ ਚਾਰਜ ਹੈ, ਆਕਸੀਜਨ 'ਤੇ ਨੈਗੇਟਿਵ ਚਾਰਜ ਹੈ। ਠੀਕ ਹੈ, ਤਾਂ ਇਹ ਜਦੋਂ ਇਹਦੇ ਨੇੜੇ ਨੋਬਲ ਗੈਸ ਦਾ ਐਟਮ ਆਉਂਦਾ ਹੈਗਾ ਤਾਂ ਵਾਟਰ ਉਹਦੇ ਵਿੱਚ ਕੀ ਕਰਦਾ ਹੈਗਾ, ਡਾਈਪੋਲ ਇੰਡਿਊਸ ਕਰ ਦਿੰਦਾ, ਕ੍ਰੀਏਟ ਕਰ ਦਿੰਦਾ। ਤਾਂ ਜਿਹੜਾ ਆਪਣੇ ਕੋਲ ਹਾਈਡਰੋਜਨ ਦੇ ਨੇੜੇ ਹੈ ਤਾਂ ਆਪਣੇ ਕੋਲ ਇਲੈਕਟ੍ਰੋਨ ਕਲਾਊਡ ਅਟਰੈਕਟ ਹੋ ਜਾਂਦਾ ਐਟਮ ਦਾ। ਤਾਂ ਇਹਦੀ ਨੋਬਲ ਗੈਸ ਦੇ ਇਲੈਕਟ੍ਰੋਨ ਕਲਾਊਡ ਦੀ ਜਿਹੜੀ ਹੈਗੀ ਹੈ ਡਿਸਟੋਰਸ਼ਨ ਹੋ ਜਾਂਦੀ ਹੈ। ਜਿਹੜਾ ਪੋਜ਼ੀਟਿਵ ਚਾਰਜ ਹੈ ਉਹ ਕਿੱਧਰ ਨੂੰ ਅਟਰੈਕਟ ਹੋ ਜਾਂਦਾ, ਦੂਜੇ ਮੋਲੀਕਿਊਲ ਦੇ ਨੈਗੇਟਿਵ, ਆਕਸੀਜਨ ਨੈਗੇਟਿਵ ਵੱਲ। ਤਾਂ ਇਹਦੇ ਕਰਕੇ ਕੀ ਹੈਗਾ ਇੰਟਰੈਕਸ਼ਨਸ ਕ੍ਰੀਏਟ ਹੋ ਜਾਂਦੀਆਂ। ਦੇਅਰਫੋਰ ਬਿਕੋਜ਼ ਇਹਨੂੰ ਅਸੀਂ ਕਹਿੰਦੇ ਹਾਂ ਡਾਈਪੋਲ ਇੰਡਿਊਸਡ ਡਾਈਪੋਲ ਇੰਟਰੈਕਸ਼ਨਸ। ਡਾਈਪੋਲ ਇੰਡਿਊਸਡ ਡਾਈਪੋਲ ਇੰਟਰੈਕਸ਼ਨਸ, ਜਿਹਦੇ ਕਰਕੇ ਕੀ ਹੋ ਜਾਂਦਾ ਆਪਣੇ ਕੋਲ ਇਹ ਪੋਲਰਾਈਜੇਸ਼ਨ ਹੋ ਜਾਂਦੀ ਹੈ। ਤਾਂ ਪੋਲਰਾਈਜੇਸ਼ਨ ਹੋਣ ਦੇ ਕਰਕੇ ਨੋਬਲ ਗੈਸਿਸ ਦੀ ਜਿਹੜੀ ਵਾਟਰ ਦੇ ਵਿੱਚ ਕੀ ਹੋ ਜਾਂਦੀ ਹੈ, ਸੋਲੇਬਿਲਿਟੀ ਹੋ ਜਾਂਦੀ ਹੈ। ਨੈਕਸਟ ਆ ਗਿਆ ਪ੍ਰੋਪਰਟੀਜ਼ ਆਫ ਨੋਬਲ ਗੈਸਿਸ। ਫਿਜ਼ੀਕਲ ਪ੍ਰੋਪਰਟੀਜ਼ ਕਿੱਦਾਂ ਦੀਆਂ ਹੁੰਦੀਆਂ? ਆਲ ਦੀ ਨੋਬਲ ਗੈਸਿਸ ਆਰ ਕਲਰਲੈਸ, ਓਡਰਲੈਸ, ਟੇਸਟਲੈਸ। ਆਲ ਦੀ ਨੋਬਲ ਗੈਸਿਸ ਆਰ ਮੋਨੋ ਐਟੋਮਿਕ। ਦੇ ਆਰ ਸਪੈਰਿੰਗਲੀ ਸੋਲੇਬਲ ਇਨ ਵਾਟਰ, ਮਤਲਬ ਘੱਟ, ਸਪੈਰਿੰਗਲੀ ਮਤਲਬ ਥੋੜ੍ਹਾ ਥੋੜ੍ਹਾ ਘੁਲ ਜਾਂਦੀਆਂ, ਜ਼ਿਆਦਾ ਨਹੀਂ ਘੁਲਦੀਆਂ। ਤਾਂ ਨੋਬਲ ਗੈਸ ਦੀਆਂ ਕੈਮੀਕਲ ਪ੍ਰੋਪਰਟੀਜ਼ ਕੀ ਹੈਗੀਆਂ? ਨੋਬਲ ਗੈਸਿਸ ਆਰ ਨੋਟ ਵੈਰੀ ਰਿਐਕਟਿਵ। ਵਾਈ ਦੇ ਆਰ ਨੋਟ ਰਿਐਕਟਿਵ? ਦਿਸ ਇਜ਼ ਕੁਐਸਚਨ। ਬਿਕੋਜ਼ ਦੇਅਰ ਇਨਰਟਨੈਸ ਡਿਊ ਟੂ ਕੈਮੀਕਲ ਰਿਐਕਟਿਵਿਟੀ। ਕੀ ਕਾਰਨ ਹੈ? ਵੈਰੀ ਇੰਪੋਰਟੈਂਟ ਕੁਐਸਚਨ ਹੈ ਕਿ ਇਹ ਕਿਉਂ ਇਨਰਟ ਹੈਗੀਆਂ। ਤਾਂ ਫਸਟ ਰੀਜ਼ਨ ਸਭ ਤੋਂ ਪਹਿਲਾਂ ਆਪਣੇ ਕੋਲ ਕੀ ਆ ਗਿਆ, ਇਹਨਾਂ ਦੀ ਕਨਫੀਗਰੇਸ਼ਨ NS2 NP6 ਇਲੈਕਟ੍ਰੋਨ ਦੀ ਕਨਫੀਗਰੇਸ਼ਨ, ਕੰਪਲੀਟ ਸ਼ੈਲ ਹੈ ਇਹਨਾਂ ਦਾ। ਠੀਕ ਹੈ, NS2 NP6 ਇਲੈਕਟ੍ਰੋਨ ਦੀ ਕਨਫੀਗਰੇਸ਼ਨ। ਨੋਬਲ ਗੈਸਿਸ ਹੈਵ ਵੈਰੀ ਹਾਈ ਆਇਨਾਈਜੇਸ਼ਨ ਐਨਰਜੀਜ਼। ਇਹਨਾਂ ਤੋਂ ਇਲੈਕਟ੍ਰੋਨ ਲੈਣਾ ਬਹੁਤ ਡਿਫੀਕਲਟ ਹੈ, ਤਾਂ ਇਸ ਕਰਕੇ ਬਹੁਤ ਐਨਰਜੀ ਦੇਣੀ ਪੈਂਦੀ ਹੈ। ਸੋ ਦੀਜ਼ ਆਰ ਨੋਟ ਰਿਐਕਟਿਵ। ਤਾਂ ਇਹਨਾਂ ਦੀ ਇਲੈਕਟ੍ਰੋਨ ਅਫੀਨਿਟੀਜ਼, ਇਲੈਕਟ੍ਰੋਨ ਦੇ ਪ੍ਰਤੀ ਅਟਰੈਕਸ਼ਨ ਇਜ਼ ਆਲਮੋਸਟ ਜ਼ੀਰੋ। ਤਾਂ ਜੇ ਅਸੀਂ ਦੇਣਾ ਵੀ ਹੈ ਤਾਂ ਸਾਨੂੰ ਬਹੁਤ ਜ਼ਿਆਦਾ ਐਨਰਜੀ, ਲਾਰਜ ਐਂਡ ਪੋਜ਼ੀਟਿਵ ਐਨਰਜੀ ਦੇਣੀ ਪਊਗੀ। ਨਾ ਇਲੈਕਟ੍ਰੋਨ ਮਤਲਬ ਅਸੀਂ ਇਹਨਾਂ ਤੋਂ ਲੈ ਸਕਦੇ ਹਾਂ ਕਿਉਂਕਿ ਇਹਨਾਂ ਦੀ ਆਇਨੇਸ਼ਨ ਐਂਥੈਲਪੀ ਹਾਈ ਹੈ ਅਤੇ ਇਹਨਾਂ ਦੀ ਇਲੈਕਟ੍ਰੋਨ ਗੇਨ ਐਂਥੈਲਪੀ ਜ਼ੀਰੋ ਹੈ ਜਾਂ ਪੋਜ਼ੀਟਿਵ ਹੈ। ਸੋ ਅਸੀਂ ਇਹਨਾਂ ਤੋਂ ਇਲੈਕਟ੍ਰੋਨ ਇਹਨਾਂ ਨੂੰ ਦੇ ਵੀ ਨਹੀਂ ਸਕਦੇ। Therefore they have neither tendency to gain nor to lose any electron and don't enter into chemical combination reactions। ਠੀਕ ਹੈ, ਤਾਂ ਇਹੀ ਬਿਲੀਵ ਕੀਤਾ ਜਾਂਦਾ ਸੀ ਕਿ ਨੋਬਲ ਗੈਸਿਸ ਜਿਹੜੀਆਂ ਹੈਗੀਆਂ ਇਹ ਮਤਲਬ ਡੋਂਟ ਕੰਬਾਈਨ ਐਟ ਆਲ, ਮਤਲਬ ਕੰਬਾਈਨ ਹੀ ਨਹੀਂ ਕਰਦੀਆਂ। ਐਂਡ ਕੰਪਾਊਂਡਸ ਆਫ ਨੋਬਲ ਗੈਸਿਸ ਐਂਡ ਨੋ ਕੰਪਾਊਂਡਸ ਆਫ ਨੋਬਲ ਗੈਸਿਸ ਵਰ ਫੋਰਮਡ, ਕਿ ਕੋਈ ਕੰਪਾਊਂਡ ਨਹੀਂ ਇਹਨਾਂ ਦੇ ਬਣਦੇ। ਬਟ ਫਿਰ 1962 ਦੇ ਵਿੱਚ ਇੱਕ ਸਾਇੰਟਿਸਟ ਸੀ ਨੀਲ ਬਾਰਟਲੈਟ, ਉਹਨੇ ਕੀ ਨੋਟਿਸ ਕੀਤਾ ਕਿ ਪਲੈਟੀਨਮ ਹੈਕਸਾਫਲੋਰਾਈਡ ਜਿਹੜਾ ਹੈਗਾ ਇਹ ਪਾਵਰਫੁਲ ਆਕਸੀਡਾਈਜ਼ਿੰਗ ਏਜੰਟ ਹੈ, PTF6। ਠੀਕ ਹੈ, PTF6 ਪਾਵਰਫੁਲ ਆਕਸੀਡਾਈਜ਼ਿੰਗ ਏਜੰਟ ਹੈਗਾ। ਠੀਕ ਹੈ, ਬਟ ਇਹ ਵੀ ਕੀ ਕਰਦਾ ਹੈਗਾ,
PTF6 ਜਿਹੜਾ ਪਾਵਰਫੁਲ ਆਕਸੀਡਾਈਜ਼ਿੰਗ ਏਜੰਟ ਹੈ, ਤਾਂ ਇਹ ਆਕਸੀਜਨ ਨਾਲ ਕੰਬਾਈਨਸ ਵਿਦ ਮੋਲੀਕੂਲਰ ਆਕਸੀਜਨ, ਇਹ ਆਕਸੀਜਨ ਨਾਲ ਕੰਬਾਈਨ ਕਰਕੇ ਇੱਕ ਕੰਪਾਊਂਡ ਬਣਾਉਂਦਾ ਹੈਗਾ, ਜਿਹੜਾ ਦੇਖੋ ਬੇਟੇ O2 ਪੋਜ਼ੀਟਿਵ PTF6 ਨੈਗੇਟਿਵ। ਤਾਂ ਇਹਦੇ ਤੋਂ ਕੀ ਇੰਡੀਕੇਟ ਹੋਇਆ, PTF6 ਜਿਹੜਾ ਹੈਗਾ ਇੰਨੀ ਆਕਸੀਜਨ ਨੂੰ ਕੀ ਕਰਦਾ, PTF6 ਹੈਜ਼ ਆਕਸੀਡਾਈਜ਼ਡ O2 ਪੋਜ਼ੀਟਿਵ, ਇਹਨੇ ਮਤਲਬ ਆਕਸੀਜਨ ਨੂੰ ਵੀ ਆਕਸੀਡਾਈਜ਼ ਕਰਤਾ। ਤਾਂ ਨਾਓ ਆਕਸੀਜਨ ਐਂਡ ਜ਼ੀਨੋਨ ਆਕਸੀਜਨ ਅਤੇ ਜ਼ੀਨੋਨ ਦੇ ਵਿੱਚ ਕੁਛ ਸਿਮਿਲੈਰਿਟੀਜ਼ ਹੈਗੀਆਂ। ਤਾਂ ਫਸਟ ਆਇਨੇਸ਼ਨ ਐਂਥੈਲਪੀ ਜ਼ੀਨੋਨ ਦੀ ਹੈਗੀ ਹੈ 1170, ਅਤੇ ਆਕਸੀਜਨ ਦੀ ਵੀ ਇੰਨੀ ਹੈ, ਸੇਮ ਹੀ ਹੈ ਦੋਵਾਂ ਦੀ। ਤਾਂ ਆਕਸੀਜਨ ਦਾ ਡਾਇਆਮੀਟਰ ਅਤੇ ਜ਼ੀਨੋਨ ਦਾ ਜਿਹੜਾ ਡਾਇਆਮੀਟਰ ਹੈ, ਐਟੋਮਿਕ ਰੇਡੀਅਸ ਹੈਗੀ ਹੈ, ਉਹ ਵੀ ਸੇਮ ਹੈਗੀ ਹੈ 4 ਐਂਗਸਟ੍ਰੋਮ। ਤਾਂ ਉਹਨੇ ਦੇਖਿਆ ਵੀ ਦੋਵਾਂ ਦਾ ਡਾਇਆਮੀਟਰ ਵੀ ਸੇਮ ਹੈ, ਦੋਵਾਂ ਦੀ ਆਇਨੇਸ਼ਨ ਐਂਥੈਲਪੀ ਵੀ ਸੇਮ ਹੈ। ਅਤੇ ਜੇ ਆਕਸੀਜਨ ਰਿਐਕਟ ਕਰ ਸਕਦੀ ਹੈ ਤਾਂ ਆਕਸੀਜਨ ਆਕਸੀਡਾਈਜ਼ ਹੋ ਸਕਦੀ ਹੈ, ਤਾਂ ਫਿਰ ਜ਼ੀਨੋਨ ਕਿਉਂ ਨਹੀਂ ਆਕਸੀਡਾਈਜ਼ ਹੋ ਸਕਦੀ ਪਲੈਟੀਨਮ ਹੈਕਸਾਫਲੋਰਾਈਡ ਦੇ ਦੁਆਰਾ। ਤਾਂ ਉਹਨੇ ਜ਼ੀਨੋਨ ਦੀ ਰਿਐਕਸ਼ਨ ਕਰਾਈ ਪਲੈਟੀਨਮ ਹੈਕਸਾਫਲੋਰਾਈਡ ਨਾਲ, ਤਾਂ ਇਹ ਆਪਣੇ ਕੋਲ ਉਹਨੇ ਜ਼ੀਨੋਨ ਦਾ ਫਸਟ ਕੰਪਾਊਂਡ ਬਣਾ ਲਿਆ ਔਰੇਂਜ ਯੈਲੋ Xe ਪੋਜ਼ੀਟਿਵ PTF6 ਨੈਗੇਟਿਵ। ਠੀਕ ਹੈ, ਤਾਂ ਫਿਰ ਇਸ ਕੰਪਾਊਂਡ ਬਣ ਗਿਆ। ਤਾਂ ਫਿਰ ਇਹਦੇ ਤੋਂ ਪਤਾ ਲੱਗਿਆ ਵੀ ਕਿ ਜ਼ੀਨੋਨ ਜਿਹੜਾ ਹੈਗਾ ਇਹ ਟੋਟਲੀ ਇਨਰਟ ਨਹੀਂ ਹੈਗਾ, ਤਾਂ ਇਹਦੇ ਤੋਂ ਆਪਾਂ ਬਹੁਤ ਸਾਰੇ ਕੰਪਾਊਂਡਸ ਬਣਾ ਸਕਦੇ ਹਾਂ। ਤਾਂ ਇਹ ਫਿਰ ਇਹਦੇ ਤੋਂ ਬਹੁਤ ਸਾਰੇ ਕੰਪਾਊਂਡਸ ਜ਼ੀਨੋਨ ਦੇ ਬਣਾਏ ਗਏ। ਤਾਂ ਜ਼ੀਨੋਨ ਦੇ ਕੰਪਾਊਂਡ ਬਟਿਆ ਟੇਬਲ ਹੈਗਾ, ਤੁਸੀਂ ਇਹ ਦੇਖਿਓ। ਤਾਂ ਇਹ ਤੁਸੀਂ ਇਹਦੀਆਂ ਸਟਰਕਚਰਸ ਇੱਕ ਵਾਰੀ ਤੁਸੀਂ ਨਜ਼ਰ ਮਾਰਿਓ, ਸਟਰਕਚਰਸ ਜ਼ੀਨੋਨ ਦੇ ਕੰਪਾਊਂਡਸ ਦੀਆਂ ਵੈਰੀ ਇੰਪੋਰਟੈਂਟ ਹੈ, ਇਹ ਹਰ ਵਾਰੀ ਪੇਪਰ 'ਚ ਆਉਂਦੇ ਆ ਜ਼ੀਨੋਨ ਦੇ ਕੰਪਾਊਂਡਸ। ਤਾਂ ਇਹ ਹੈਗੀ ਆਪਣੇ ਕੋਲ ਜ਼ੀਨੋਨ ਦੇ ਕੰਪਾਊਂਡਸ ਜਿਹੜੇ ਆ ਉਹ ਕਿਹੜੇ ਹੈਗੇ ਹੈ, XeF2 XeF4 +4 ਆਕਸੀਡੇਸ਼ਨ ਸਟੇਟ ਦੇ ਵਿੱਚ XeOF2, ਠੀਕ ਹੈ, +6 ਆਕਸੀਡੇਸ਼ਨ ਸਟੇਟ ਦੇ ਵਿੱਚ ਕਿਹੜੇ ਹੈਗੇ ਹੈ, XeF6 XeOF4 XeO3, ਤਾਂ XeO4 +8 ਦੇ ਵਿੱਚ। ਤਾਂ ਕਿੰਨੇ ਹੋ ਗਏ, 1 2 3 4 5 6 7 ਦੀਆਂ ਤੁਸੀਂ ਨਾ ਸਟਰਕਚਰਸ ਬਣਾਓ, ਅਤੇ ਜਿੰਨੇ ਕੁਐਸਚਨ ਹੋ ਗਏ ਸਾਰੇ ਕਰੋ, 7 ਦੀਆਂ ਸਟਰਕਚਰਸ ਤੁਸੀਂ ਡਰਾ ਕਰੋ। ਤਾਂ ਇਹ ਜਿਹੜੇ ਹੈਗੇ ਆ ਫਿਰ ਮੈਂ ਤੁਹਾਨੂੰ ਅਗਲੇ ਲੈਕਚਰ ਦੇ ਵਿੱਚ ਇਹਨਾਂ ਦੀਆਂ ਸਟਰਕਚਰਸ ਜ਼ੀਨੋਨ ਦੇ ਕੰਪਾਊਂਡ ਦੀਆਂ ਸਟਰਕਚਰਸ ਤੁਹਾਨੂੰ ਕਰਾਉਂਗੀ। ਜਿੰਨਾ ਮੈਂ ਕੰਮ ਕਰਾਇਆ ਅੱਜ ਸਾਰਾ ਮੈਨੂੰ ਕਾਪੀ 'ਤੇ ਕਰਕੇ ਵਿਖਾਓ ਸਾਰੇ ਬੱਚੇ, ਤਾਂ ਹੀ ਮੈਂ ਨੈਕਸਟ ਕੰਮ ਤੁਹਾਨੂੰ ਕਰਾਉਂਗੀ। ਬਾਏ ਬੇਟੇ।